ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਮੈਂ ਇੰਦਰਜੀਤ ਸਿੰਘ, ਤੁਸੀਂ ਦੇਖ ਰਹੇ ਹੋ ਟੂਰਿਸਟ ਇੰਡੀਆ ਇੰਸਟਾਗ੍ਰਾਮ ਫੇਸਬੁੱਕ ਤੇ YouTube ਚੈਨਲ। ਇਹ ਸਾਡੀ ਵੀਡੀਓ ਹੁੰਦੀ ਹੈ Q&A ਯਾਨੀ ਕਿ ਕੁਐਸਚਨ ਤੇ ਆਨਸਰ। ਤੁਸੀਂ ਕਮੈਂਟ ਦੇ ਰੂਪ ਦੇ ਵਿੱਚ ਮੈਨੂੰ ਸਵਾਲ ਕਰਦੇ ਹੋ ਤੇ ਮੈਂ ਤੁਹਾਡੇ ਸਵਾਲਾਂ ਦੇ ਜਵਾਬ ਦਿੰਦਾ। ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਮਾਫੀ ਮੰਗਦੇ ਹਾਂ ਕਿ 2 ਦਿਨ ਅਸੀਂ ਤੁਹਾਡੇ ਮੂਹਰੇ ਜਿਹੜੇ ਹਾਜ਼ਰ ਨਹੀਂ ਹੋ ਸਕੇ। Q&A ਲੈ ਕੇ ਕੋਈ ਮਜਬੂਰੀ ਸੀ, ਆਊਟ ਆਫ ਸਟੇਸ਼ਨ ਸੀਗੇ, ਸੋ 2 ਦਿਨ ਅਸੀਂ Q&A ਨਹੀਂ ਕਰ ਸਕੇ, ਉਸ ਲਈ ਮਾਫੀ ਮੰਗਦੇ ਹਾਂ। ਸੋ ਆਓ ਸ਼ੁਰੂ ਕਰਦੇ ਹਾਂ ਅੱਜ ਦਾ Q&A। ਸ਼ਰਨ ਸਿੰਘ ਢਾਲੀਵਾਲ ਲਿਖਦੇ ਨੇ, ਹਾਊ ਟੂ ਟਰਨ ਫਾਰਮ ਵਰਕਰ ਟੂ PR। ਜਿਹੜੇ ਫਾਰਮ ਵਰਕਰ ਨੇ PR 'ਚ ਕਿਵੇਂ ਕਨਵਰਟ ਹੁੰਦੇ ਨੇ। ਦੇਖੋ ਇਹਦੇ ਵਿੱਚ ਕੀ ਹੈ ਕਿ ਤੁਹਾਨੂੰ ਜੇ ਤੁਸੀਂ ਫਾਰਮ ਵਰਕਰ ਦੇ ਵੀਜ਼ਾ 'ਤੇ ਹੈਗੇ ਹੋ ਹੈ ਨਾ, ਅਤੇ ਤੁਹਾਨੂੰ ਕੀ ਹੈ ਕਿ ਇੱਕ ਤਰੀਕਾ ਤਾਂ ਇਹ ਕਿ ਸੁਪਰਵਾਈਜ਼ਰ ਤੁਸੀਂ ਪਹਿਲਾਂ ਆਪਦੇ ਵੀਜ਼ੇ ਨੂੰ ਅਪਡੇਟ ਕਰ ਲਓ ਐਜ਼ ਏ ਫਾਰਮ ਵਰਕਰ ਸੁਪਰਵਾਈਜ਼ਰ। ਅਤੇ ਜਦੋਂ ਫਾਰਮ ਵਰਕਰ ਸੁਪਰਵਾਈਜ਼ਰ ਦਾ 1 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੋ ਜਾਏਗਾ ਅਤੇ ਇਸ ਦੇ ਨਾਲ ਹੀ ਤੁਹਾਡੇ IELTS ਕਰਨਾ ਵੀ ਜ਼ਰੂਰੀ ਹੈ। ਜਿਹੜੀ PR ਹੈ ਉਹ ਵਿਦਆਊਟ IELTS ਪੋਸੀਬਲ ਨਹੀਂ ਹੁੰਦੀ। ਸੋ ਪਹਿਲਾਂ ਤੁਹਾਨੂੰ ਆਪਣਾ ਵੀਜ਼ਾ ਕਨਵਰਟ ਕਰਨਾ ਪਏਗਾ, ਯਾਨੀ ਕਿ ਫਾਰਮ ਵਰਕਰ ਤੋਂ ਫਾਰਮ ਸੁਪਰਵਾਈਜ਼ਰ, ਅਤੇ ਨਾਲ ਹੀ ਤੁਹਾਨੂੰ ਜਿਹੜੇ ਹੈਗੇ ਦੋਸਤੋ IELTS ਕਰਨੇ ਪੈਣਗੇ। IELTS ਕਰਨ ਤੋਂ ਬਾਅਦ ਹੀ ਤੁਸੀਂ ਜਿਹੜੀ ਆਪਦੀ 1 year ਐਕਸਪੀਰੀਅੰਸ ਦੇ ਨਾਲ ਤੁਸੀਂ PR ਦੀ ਫਾਈਲ ਜਿਹੜੀ ਹੈਗੀ ਹੈ ਉਹ ਲਾ ਸਕਦੇ ਹੋ। ਲਵਲੀ ਸਿੱਧੂ ਦਾ ਅਗਲਾ ਕਮੈਂਟ ਹੈ, ਲਿਖਦੇ ਨੇ, ਸਰ PT ਵਿੱਚ ਕਿੰਨੇ ਸਕੋਰ ਮੈਂਡੇਟਰੀ ਨੇ ਫॉर ਆਸਟ੍ਰੇਲੀਆ ਸਟੱਡੀ ਵੀਜ਼ਾ। PT ਤੁਸੀਂ ਲਾ ਲਓ ਜੀ 5.5 ਓਵਰਆਲ ਦੇ ਹਿਸਾਬ ਨਾਲ ਤੁਸੀਂ ਕੈਲਕੂਲੇਟ ਕਰ ਲਿਓ, ਕਿਉਂਕਿ ਸਾਨੂੰ 5.5 ਓਵਰਆਲ ਬੈਂਡ ਦੀ ਰਿਕੁਆਇਰਮੈਂਟ ਹੈਗੀ ਹੈ ਆਸਟ੍ਰੇਲੀਆ ਸਟੱਡੀ ਵਾਸਤੇ। ਆਸਟ੍ਰੇਲੀਆ ਦਾ ਮੈਂ ਦੱਸਦਾ ਕਿ ਇਸ ਟਾਈਮ ਆਸਟ੍ਰੇਲੀਆ ਬਹੁਤ ਵਧੀਆ ਵੀਜ਼ਾ ਦੇ ਰਿਹਾ, ਵਧੀਆ ਸਕਸੈਸ ਰੇਟ ਹੈ ਅਤੇ ਕਾਫੀ ਲੋ ਬੈਂਡ ਦੇ ਵੀਜ਼ਾ ਜਿਹੜਾ ਆ ਰਿਹਾ। ਕਿਉਂਕਿ ਜੇ ਆਪਾਂ ਕੰਪੈਰੇਟਿਵਲੀ ਹੋਰ ਕੰਟਰੀਆਂ ਦੀ ਗੱਲ ਕਰੀਏ, ਕੈਨੇਡਾ ਇਸ ਟਾਈਮ 6 ਈਚ ਅਤੇ ਜਿਹੜਾ ਵੀਜ਼ਾ ਉਹ ਦਿੰਦਾ ਹੈ। UK ਓਵਰਆਲ 6 ਨਾਟ ਲੈਸ ਦੈਨ 5.5 1 ਮੋਡਿਊਲ 'ਚ ਜਿਹੜਾ ਵੀਜ਼ਾ ਦਿੰਦਾ ਹੈ। ਸੋ ਜੇ ਤੁਹਾਡੇ ਲੋ ਸਕੋਰ ਹੈ, ਕਿਉਂਕਿ ਕਈ ਸਟੂਡੈਂਟ ਜਿਹੜੇ ਜ਼ਿਆਦਾਤਰ ਸਟੂਡੈਂਟ ਐਵਰੇਜ ਹੁੰਦੇ ਨੇ, ਐਵਰੇਜ ਮੀਨਜ਼ 5.5 ਤੋਂ ਜ਼ਿਆਦਾ ਬੈਂਡ ਨਹੀਂ ਲੈ ਸਕਦੇ। ਸੋ ਉਹਨਾਂ ਵਾਸਤੇ ਬੈਸਟ ਆਪਸ਼ਨ ਇਸ ਟਾਈਮ ਜਿਹੜੀ ਹੈਗੀ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ। ਅਤੇ ਆਸਟ੍ਰੇਲੀਆ ਦੀ ਇਸ ਟਾਈਮ ਮਜਬੂਰੀ ਹੈ ਕਿਉਂਕਿ 2 ਸਾਲਾਂ ਤੋਂ ਆਸਟ੍ਰੇਲੀਆ ਸਟੱਡੀ ਵੀਜ਼ੇ 'ਤੇ ਕੋਈ ਨਹੀਂ ਜਾ ਪਾਇਆ। ਕਾਲਜ ਆਲਮੋਸਟ ਜਿਹੜੇ ਹੈਗੇ ਨੇ ਉਹ ਬੰਦ ਪਏ ਨੇ, ਯਾਨੀ ਕਿ ਓਪਨ ਹੋ ਚੁੱਕੇ ਨੇ, ਖਾਲੀ ਹੋ ਚੁੱਕੇ ਨੇ, ਕਿਉਂਕਿ ਬੱਚੇ ਪਾਸ ਆਊਟ ਹੋ ਕੇ ਨਿਕਲ ਗਏ ਨੇ। 2-2 ਸਾਲਾਂ ਦਾ ਡਿਪਲੋਮੇ ਹੁੰਦੇ ਆ। ਸੋ ਆਲਮੋਸਟ ਬਹੁਤ ਜ਼ਿਆਦਾ ਹਾਜ਼ਰੀ ਜਿਹੜੀ ਘੱਟ ਚੁੱਕੀ ਹੈ, ਅਟੈਂਡੈਂਸ ਘੱਟ ਹੈ, ਸਟੂਡੈਂਟ ਘੱਟ ਨੇ। ਸੋ ਆਸਟ੍ਰੇਲੀਆ ਦੀ ਮਜਬੂਰੀ ਹੈ ਇਸ ਟਾਈਮ। ਸੋ ਮੌਕਾ ਹੈ ਉਹਨਾਂ ਸਟੂਡੈਂਟ ਵਾਸਤੇ ਜਿਹੜੇ ਵੀਕ ਨੇ ਜਾਣ ਵਾਸਤੇ, ਸੋ ਜਾ ਸਕਦੇ ਹੈਗੇ ਆ 5.5 ਓਵਰਆਲ 'ਤੇ। ਅਗਲਾ ਕਮੈਂਟ ਹੈ ਜੀ ਪ੍ਰਦੀਪ ਸੈਣੀ ਦਾ। ਪ੍ਰਦੀਪ ਸੈਣੀ ਲਿਖਦੇ ਨੇ, ਸਰ स्टोर कीपर कौन सी कैटागरी में आता है। B कैटागरी ਦੇ ਵਿੱਚ ਆਉਂਦਾ ਹੈਗਾ स्टोर कीपर। अगला राजेश पटेल ਦਾ अगला कमेंट है, लिखते हैं, सर मैंने 29 सितंबर 2021 को अहमदाबाद में UK स्टडी वीज़ा के बायोमेट्रिक दिए हुए हैं पर अभी तक अपडेट नहीं मिला। मैं क्या आप बता सकते हैं कि कब तक या फिर हम उसको कैसे चेक करें। देखिए अभी जो UK है ना जी, चाहे टूरिस्ट वीज़ा की बात करें या स्टडी वीज़ा की बात करें, पहले से जो है वो ज़्यादा टाइम ले रहा है। ठीक है जी, तो अभी टाइम लगेगा जी। अभी आपका सितंबर में हुआ तो उम्मीद की जा रही है कि इस मंथ में आपका कुछ ना कुछ अपडेट हो सकता है, तो वेट कर सकते हैं आप। अगला कमेंट है जी राजवीर सिंह का। राजवीर सिंह लिखते हैं, USA वीज़े ते US ਦੀ ਵੀਡੀਓ ਹੈਗੀ ਹੈ, ਮੇਰੀ ਵੀਡੀਓ ਸੀਗੀ ਹਾਊ ਡਿਡ ਆਈ ਗੈਟ ਮਾਈ USA ਵੀਜ਼ਾ। ਇਸ ਵੀਡੀਓ 'ਤੇ ਇਹਨਾਂ ਨੇ ਕਮੈਂਟ ਕੀਤਾ ਰਾਜਵੀਰ ਸਿੰਘ ਨੇ, ਬ੍ਰਦਰ ਜੇ ਕਿਸੇ ਨੇ ਘੁੰਮਣ ਫਿਰਨ ਜਾਣਾ ਹੋਵੇ ਫਿਰ ਕੀ ਕੁਐਸਚਨ ਪੁੱਛਦੇ ਨੇ ਇੰਟਰਵਿਊ ਦੇ ਵਿੱਚ। ਦੇਖੋ ਰਾਜਵੀਰ ਜੀ, ਇਹਦੇ ਵਿੱਚ ਕੀ ਹੈ ਕਿ ਤੁਹਾਡੀ ਗੱਲਬਾਤ ਕਰਨ ਦਾ ਤਰੀਕਾ ਬਹੁਤ ਮੈਟਰ ਕਰਦਾ ਹੈਗਾ। ਤੁਹਾਡੀ ਇੰਟਰਵਿਊ ਜਿਹੜੀ ਹੈਗੀ ਬਹੁਤ ਮੈਟਰ ਕਰਦੀ ਹੈ। ਤੁਸੀਂ ਘੁੰਮਣ ਫਿਰਨ ਵੀ ਜਾ ਸਕਦੇ ਹੋ ਅਤੇ ਸਪੋਂਸਰ 'ਤੇ ਵੀ ਆਪਦਾ ਵੀਜ਼ਾ USA ਦਾ ਲੈ ਸਕਦੇ ਹੋ। ਜੇ ਘੁੰਮਣ ਫਿਰਨ ਜਾ ਰਹੇ ਹੋ, ਤੁਹਾਡੇ ਤੋਂ ਇਹੀ ਸਵਾਲ ਵੈਸੇ ਪੁੱਛਦੀ ਹੈ ਕਿ ਤੁਸੀਂ ਅਮਰੀਕਾ ਜਾ ਰਹੇ ਹੋ, ਕਿਉਂ ਜਾ ਰਹੇ ਹੋ ਅਮਰੀਕਾ। ਤੁਸੀਂ ਕਹੋਗੇ ਕਿ ਮੈਂ ਘੁੰਮਣ ਚੱਲਿਆ, ਫਿਰ ਉਹ ਪਹਿਲਾ ਸਵਾਲ ਕਰਨਗੇ ਕਿ ਅਮਰੀਕਾ ਹੀ ਕਿਉਂ, ਹੋਰ ਬਹੁਤ ਕੰਟਰੀ ਨੇ, ਤੁਸੀਂ ਹੋਰ ਕਿਉਂ ਨਹੀਂ ਗਏ। ਫਿਰ ਤੁਹਾਡਾ ਜਵਾਬ ਹੁੰਦਾ ਹੈਗਾ। ਇਸ ਤੋਂ ਇਲਾਵਾ ਫਿਰ ਉਹ ਪੁੱਛਦੇ ਨੇ ਕਿ ਤੁਸੀਂ ਅਮਰੀਕਾ 'ਚ ਕਿੱਥੇ ਕਿੱਥੇ ਘੁੰਮੋਗੇ। ਸੋ ਤੁਹਾਡੇ ਕੋਲ ਜਿਹੜੀ ਫੇਮਸ ਥਾਵਾਂ ਨੇ, ਜਿਹੜੇ ਇੰਟਰਨੈਸ਼ਨਲ ਟੂਰਿਸਟ ਪਲੇਸ ਨੇ USA ਦੇ ਵਿੱਚ, ਉਹਨਾਂ ਬਾਰੇ ਤੁਹਾਨੂੰ ਪਤਾ ਹੋਣਾ ਜਿਹੜਾ ਹੈਗਾ ਉਹ ਜ਼ਰੂਰੀ ਹੈਗਾ। ਅਤੇ ਫਿਰ ਤੁਹਾਨੂੰ ਪੁੱਛਦੇ ਨੇ ਕਿ ਤੁਹਾਡਾ ਫੰਡ ਕੌਣ ਯਾਨੀ ਕਰ ਰਿਹਾ, ਤੁਹਾਡਾ ਜਿਹੜਾ ਖਰਚਾ ਤੁਸੀਂ ਪੇ ਕਰੋਗੇ, ਤੁਹਾਡੀ ਇਨਕਮ ਕਿੰਨੀ ਹੈਗੀ ਹੈ। ਸੋ ਇਸ ਤਰ੍ਹਾਂ ਦੇ 5-7 ਸਵਾਲ ਕਰਦੀ ਹੈ ਐਮਬੈਸੀ, ਜ਼ਿਆਦਾ ਸਵਾਲ ਨਹੀਂ। ਹਾਰਡਲੀ 2 ਮਿੰਟ ਦਾ ਟਾਈਮ ਜਿਹੜੀ ਐਮਬੈਸੀ ਉਹ ਲੈਂਦੀ ਹੈ। 2 ਮਿੰਟ ਦੇ ਵਿੱਚ ਤੁਹਾਡੀ ਫਾਈਲ ਅਸੈਸਮੈਂਟ ਹੋ ਜਾਂਦੀ ਹੈ ਕਿ ਤੁਹਾਨੂੰ ਵੀਜ਼ਾ ਦੇਣਾ ਕਿ ਨਹੀਂ ਦੇਣਾ। ਸੋ ਬਹੁਤ ਹੱਦ ਤੱਕ ਜਿਹੜੀ ਹੈਗੀ ਹੈ ਤੁਹਾਡੀ ਇੰਟਰਵਿਊ ਮੈਟਰ ਕਰਦੀ ਹੈ। ਜੇ ਇੰਟਰਵਿਊ ਤੁਸੀਂ ਵਧੀਆ ਤਰੀਕੇ ਨਾਲ ਦੇ ਦਿੰਦੇ ਹੈਗੇ ਹੋ
ਤਾਂ ਤੁਹਾਨੂੰ ਜਿਹੜਾ ਵੀਜ਼ਾ ਉਹ ਮਿਲ ਜਾਂਦਾ ਹੈਗਾ। ਅਗਲਾ ਕਮੈਂਟ ਫਿਰ ਰਾਜਵੀਰ ਦਾ ਹੈਗਾ। ਰਾਜਵੀਰ ਲਿਖਦੇ ਨੇ, ਬ੍ਰਦਰ ਮੈਂ ਕਤਰ ਤੋਂ ਸ਼ੈਨਗਨ ਵੀਜ਼ਾ ਅਪਲਾਈ ਕਰਨਾ, ਉਸ ਦੇ ਨਾਲ ਵੀ ITR ਦੀ ਕਾਪੀਆਂ ਲੱਗਣਗੀਆਂ ਜਾਂ ਨਹੀਂ? ਮੇਰੇ ਕੋਲ ITR ਹੈ 3 ਸਾਲ ਦੀ। ਜੇ ITR ਰਾਜਵੀਰ ਜੀ ਹੈ ਤੁਹਾਡੇ ਕੋਲ, ਫਿਰ ਲਾਉਣ 'ਚ ਕੀ ਇਤਰਾਜ਼ ਹੈ, ਤੁਸੀਂ ਲਾ ਦਿਓ। ਵੈਸੇ ਜਿਹੜੇ NRIs ਹੁੰਦੇ ਨੇ, ਆਊਟ ਆਫ ਕੰਟਰੀ ਨੇ, ਇੰਡੀਆ ਤੋਂ ਬਾਹਰ ਰਹਿੰਦੇ ਨੇ, ਉਹਨੂੰ ITR ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਤੁਸੀਂ ਆਪਦਾ ਇੰਪਲਾਈਮੈਂਟ, ਜਿਹੜੇ ਅਕਾਊਂਟ ਤੁਹਾਡੀ ਸੈਲਰੀ ਆਉਂਦੀ ਉਹਦੀ ਸਟੇਟਮੈਂਟ ਅਤੇ ਬੈਂਕ ਬੈਲੈਂਸ, ਇਹ ਚੀਜ਼ ਲਗਾ ਕੇ ਵੀ ਜਿਹੜਾ ਹੈਗਾ ਆਪਦਾ ਵੀਜ਼ਾ ਲੈ ਸਕਦੇ ਹੋ। ਵੀਜ਼ਾ ਤੁਹਾਡੀ ਪ੍ਰੋਫਾਈਲ ਨੂੰ ਲੱਗਣਾ ਹੈਗਾ। ਜੇ ਤੁਹਾਡੀ ਪ੍ਰੋਫਾਈਲ ਵਧੀਆ ਤਾਂ ਵੀਜ਼ਾ ਮਿਲ ਜਾਏਗਾ। ਬੇਸਿਕਲੀ ਉਹ ਦੇਖਦੇ ਨੇ ਵੀ ਤੁਸੀਂ ਜਿੱਥੇ ਵੀ ਹੈਗੇ ਹੋ, ਕੀ ਤੁਸੀਂ ਸੈਟਲ ਹੋ, ਕੀ ਤੁਸੀਂ ਵਾਪਸ ਮੁੜ ਕੇ ਆਓਗੇ, ਇਸ ਤਰ੍ਹਾਂ ਦੀ ਕੀ ਗਰੰਟੀ ਹੈ ਕਿ ਤੁਸੀਂ ਵਾਪਸ ਮੁੜੋਗੇ। ਸੋ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਜਿਹੜਾ ਹੈਗਾ ਤੁਸੀਂ ਆਪਦੀ ਐਪਲੀਕੇਸ਼ਨ ਦੇ ਵਿੱਚ ਦੇਣਾ ਹੁੰਦਾ ਹੈਗਾ। ਸੋ ਜੇ ਤੁਹਾਡੀ ਪ੍ਰੋਫਾਈਲ ਵਧੀਆ ਹੈ ਤਾਂ ਤੁਸੀਂ ਆਪਦਾ ਵੀਜ਼ਾ ਲੈ ਸਕਦੇ ਹੋ ਕਿਸੇ ਵੀ ਕੰਟਰੀ ਦਾ। ਰੰਧਾਵਾ ਜੈਟ ਲਿਖਦੇ ਨੇ, ਅਗਰ ਬੈਂਕ ਸਟੇਟਮੈਂਟ ਨਾ ਹੋ ਤਾਂ ਬੈਂਕ ਬੈਲੈਂਸ ਸਰਟੀਫਿਕੇਟ ਨਾਲ ਮਿਲ ਸਕਦਾ ਜੀ ਵੀਜ਼ਾ? ਹਾਂਜੀ, ਮਿਲ ਜਾਂਦਾ ਹੈ। ਬਹੁਤ ਸਾਰੇ ਲੋਕ ਜਿਨ੍ਹਾਂ ਕੋਲ ਬੈਂਕ ਸਟੇਟਮੈਂਟ ਵਧੀਆ ਨਹੀਂ ਹੁੰਦੀ, ਉਹ ਬੈਂਕ ਬੈਲੈਂਸ ਸਰਟੀਫਿਕੇਟ ਲਾ ਦਿੰਦੇ ਨੇ। ਪਰ ਬੈਂਕ ਬੈਲੈਂਸ ਸਰਟੀਫਿਕੇਟ ਦੇ ਨਾਲ ਤੁਹਾਡੀ ਪ੍ਰੋਫਾਈਲ ਜਿਹੜੀ ਵਧੀਆ ਹੋਣੀ ਚਾਹੀਦੀ ਹੈ। ਜੇਕਰ ਤੁਹਾਡੀ ਪ੍ਰੋਫਾਈਲ ਵਧੀਆ ਹੈਗੀ ਹੈ, ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਪ੍ਰੋਫਾਈਲ ਬਹੁਤ ਵਧੀਆ ਹੈ, ਤਾਂ ਤੁਸੀਂ ਜਿਹੜਾ ਹੈਗਾ ਆਪਦਾ ਵੀਜ਼ਾ ਵਿਦ ਬੈਂਕ ਬੈਲੈਂਸ ਦੇ ਨਾਲ, ਬੈਂਕ ਬੈਲੈਂਸ ਸਰਟੀਫਿਕੇਟ ਨਾਲ ਅਪਲਾਈ ਕਰ ਸਕਦੇ ਹੋ। ਰੰਧਾਵਾ ਜੈਡ ਆਗੇ ਲਿਖਦੇ हैं, ਅੰਬੈਸੀ ਬੈਂਕ ਸਟੇਟਮੈਂਟ ਵੈਰੀ ਕਰਦੀ ਹੈ ਬੈਂਕ ਤੋਂ? ਡਿਪੈਂਡ ਕਰਦਾ ਜੀ। ਜੇਕਰ ਉਹਨੂੰ ਤੁਹਾਡੀ ਪ੍ਰੋਫਾਈਲ ਚੰਗੀ ਹੋਵੇ ਲੱਗੇ ਤਾਂ ਨਹੀਂ ਵੀ ਕਰਦੀ। ਜੇ ਕੋਈ ਡਾਊਟ ਹੋਏ ਤਾਂ ਕਰ ਸਕਦੀ ਹੈ। ਅੰਬੈਸੀ ਕੋਲ ਪਾਵਰ ਹੁੰਦੀ ਹੈ, ਅੰਬੈਸੀ ਕਰ ਸਕਦੀ ਹੈ। ਸੋ ਕਦੇ ਵੀ ਕੋਈ ਫੇਕ ਡਾਕੂਮੈਂਟ ਨਹੀਂ ਲਾਉਣਾ ਚਾਹੀਦਾ। ਹਾਂ, ਜ਼ਿਆਦਾਤਰ ਕੇਸਾਂ ਵਿੱਚ ਵੈਰੀਫਾਈ ਨਹੀਂ ਹੁੰਦੀ, ਪਰ ਜੇ ਅੰਬੈਸੀ ਨੂੰ ਲੱਗੇ ਡਾਊਟ ਵੀ, ਜੇ ਤੁਹਾਨੂੰ ਵੀਜ਼ਾ ਦੇਣਾ ਚਾਹੁੰਦੀ ਹੈ, ਤੁਹਾਡੇ ਕਿਸੇ ਡਾਕੂਮੈਂਟ ਨੂੰ ਲੈ ਕੇ ਕੋਈ ਡਾਊਟ ਅੰਬੈਸੀ ਦੇ ਮਨ 'ਚ ਆਉਂਦਾ, ਤੁਹਾਡਾ ਕੋਈ ਵੀ ਡਾਕੂਮੈਂਟ ਜਿਹੜਾ ਹੈਗਾ ਅੰਬੈਸੀ ਵੈਰੀਫਾਈ ਕਰ ਸਕਦੀ ਹੈ। ਅਗਲਾ ਕਮੈਂਟ ਹੈ ਜਸਵੀਰ ਕੌਰ ਦਾ। ਜਸਵੀਰ ਕੌਰ ਲਿਖਦੇ ਨੇ, ਹੈਲੋ ਬੇਟਾ, ਕਿਵੇਂ ਹੋ? ਸਰ ਮੇਰੇ ਬੇਟੇ ਨੇ ਗ੍ਰੈਜੂਏਸ਼ਨ ਅਤੇ ਨੈਟਵਰਕਿੰਗ ਐਂਡ 1 ਈਅਰ ਐਂਡ ਡਿਪਲੋਮਾ ਹੋਟਲ ਮੈਨੇਜਮੈਂਟ ਦਾ ਕੋਰਸ ਸਿੰਗਾਪੁਰ ਤੋਂ ਕੀਤਾ ਹੋਇਆ ਹੈ ਐਂਡ ਉਸ ਦਾ ਵਿਜ਼ਟਰ ਵੀਜ਼ਾ ਲੱਗ ਸਕਦਾ? ਕਮੈਂਟ ਕਰਕੇ ਦੱਸਿਓ। ਜਸਵੀਰ ਕੌਰ ਜੀ, ਜਿਹੜਾ ਵੀਜ਼ਾ ਹੈ ਨਾ, ਉਹ ਤੁਹਾਡੀ ਸਟੱਡੀ 'ਤੇ ਨਹੀਂ ਲੱਗਦਾ ਹੁੰਦਾ। ਟੂਰਿਸਟ ਵੀਜ਼ਾ ਕਦੇ ਵੀ ਸਟੱਡੀ 'ਤੇ ਨਹੀਂ ਲੱਗਦਾ। ਟੂਰਿਸਟ ਵੀਜ਼ਾ ਲੱਗਦਾ ਤੁਹਾਡੀ ਪ੍ਰੋਫਾਈਲ 'ਤੇ। ਜੇ ਤੁਹਾਡੀ ਪ੍ਰੋਫਾਈਲ ਵਧੀਆ ਹੈ ਅਤੇ ਜੇਕਰ ਤੁਹਾਡਾ ਬੇਟਾ ਵਧੀਆ ਕੋਈ ਕੰਮਕਾਰ ਕਰਦਾ, ਇਨਕਮ ਵਧੀਆ, ਤਾਂ ਵੀਜ਼ਾ ਲੱਗ ਜਾਏਗਾ। ਕਿਉਂਕਿ ਇਹਦੇ ਨਾਲ ਕੋਈ ਐਜੂਕੇਸ਼ਨ ਦਾ ਸੰਬੰਧ ਨਹੀਂ ਹੁੰਦਾ ਟੂਰਿਸਟ ਵੀਜ਼ਾ। ਟੂਰਿਸਟ ਵੀਜ਼ਾ ਤਾਂ ਸਿੱਧੇ ਤੌਰ 'ਤੇ ਤੁਹਾਡੀ ਇਨਕਮ ਦੇਖੀ ਜਾਂਦੀ ਹੈ, ਯਾਨੀ ਕਿ ਇਹ ਦੇਖਿਆ ਜਾਂਦਾ ਕਿ ਤੁਸੀਂ ਸੈਟਲ ਹੈਗੇ ਹੋ ਆਪਣੀ ਲਾਈਫ ਦੇ ਵਿੱਚ, ਕੀ ਤੁਸੀਂ ਜਿੱਥੇ ਹੈਗੇ ਹੋ ਉੱਥੇ ਤੁਹਾਡੀ ਕਮਾਈ ਵਧੀਆ ਹੈ, ਕਿ ਤੁਸੀਂ ਵਾਪਸ ਮੁੜ ਕੇ ਆਓਗੇ। ਅੰਬੈਸੀ ਦਾ ਕੰਸਰਨ ਹੁੰਦਾ ਹੈ ਕਿ ਤੁਸੀਂ ਵਾਪਸ ਮੁੜ ਕੇ ਆਓ। ਵਾਪਸ ਤੁਸੀਂ ਤਾਂ ਮੁੜਦੇ ਹੋ ਜੇਕਰ ਤੁਸੀਂ ਸੈਟਲ ਹੋ। ਸੋ ਜੇ ਤੁਹਾਡੀ ਇਨਕਮ ਉਹਨਾਂ ਦੀ ਵਧੀਆ ਹੈ, ਤੁਹਾਡੇ ਬੇਟੇ ਦੀ, ਤਾਂ ਅਪਲਾਈ ਕਰ ਸਕਦੇ ਹਾਂ। ਪਾਲ ਸਿੰਘ ਦਾ ਅਗਲਾ ਕਮੈਂਟ ਹੈ, ਸਰ ਕੈਨੇਡਾ ਤੋਂ ਕਜ਼ਨ ਸਪਾਂਸਰ ਅਤੇ ਵਿਜ਼ਟਰ ਵੀਜ਼ਾ ਹੁਣ ਅਪਲਾਈ ਕਰ ਸਕਦੇ ਹਾਂ? ਬਿਲਕੁਲ ਕਰ ਸਕਦੇ ਹਾਂ ਜੀ। ਕੈਨੇਡਾ ਕਿਸੇ ਵੀ ਤਰ੍ਹਾਂ ਦੇ ਵੀਜ਼ੇ ਨੂੰ ਇਸ ਟਾਈਮ ਮਨਾਹੀ ਨਹੀਂ ਕਰ ਰਿਹਾ। ਹਰ ਇੱਕ ਤਰ੍ਹਾਂ ਦੀ ਪ੍ਰੋਫਾਈਲ ਦੇ ਵੀਜ਼ੇ ਐਕਸੈਪਟ ਵੀ ਹੋ ਰਹੇ ਨੇ ਅਤੇ ਵੀਜ਼ੇ ਆ ਵੀ ਰਹੇ ਨੇ। ਤੁਸੀਂ ਕਜ਼ਨ ਦੀ ਸਪਾਂਸਰ 'ਤੇ ਵੀ ਅਪਲਾਈ ਕਰ ਸਕਦੇ ਹੋ, ਬ੍ਰਦਰ ਦੀ ਸਪਾਂਸਰ 'ਤੇ ਵੀ ਅਪਲਾਈ ਕਰ ਸਕਦੇ ਹੋ, ਫਰੈਂਡ ਦੀ ਸਪਾਂਸਰ 'ਤੇ ਵੀ ਅਪਲਾਈ ਕਰ ਸਕਦੇ ਹੋ, ਅਤੇ ਹੋਟਲ ਬੁਕਿੰਗ 'ਤੇ ਵੀ ਟੂਰਿਸਟ ਵੀਜ਼ਾ ਜਿਹੜਾ ਹੈਗਾ ਤੁਸੀਂ ਅਪਲਾਈ ਕਰ ਸਕਦੇ ਹੋ। ਸੋ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ। ਕਿਸੇ ਵੀ ਕੈਟਾਗਰੀ ਦੇ ਵਿੱਚ ਕਿਸੇ ਤਰ੍ਹਾਂ ਦਾ ਵੀਜ਼ਾ, ਟੂਰਿਸਟ ਵੀਜ਼ਾ ਜਿਹੜਾ ਇਸ ਟਾਈਮ ਅਪਲਾਈ ਹੋ ਰਿਹਾ ਹੈਗਾ। ਅਗਲਾ ਕਮੈਂਟ ਹੈ ਜੀ ਜਰਨੈਲ ਸਿੰਘ ਦਾ। ਜਰਨੈਲ ਸਿੰਘ ਲਿਖਦੇ ਨੇ, ਸਰ USA ਓਪਨ ਹੋ ਗਿਆ? ਨਹੀਂ ਜੀ, ਹਲੇ USA ਓਪਨ ਨਹੀਂ ਹੋਇਆ। ਸਾਰੇ ਬੰਦੇ ਹੀ ਬੜੀ ਬੇਸਬਰੀ ਨਾਲ USA ਦਾ ਜਿਹੜਾ ਹੈਗਾ ਉਹ ਵੇਟ ਕਰ ਰਹੇ ਕਿ ਕਦੋਂ ਓਪਨ ਹੋਵੇ। ਸੋ ਜਲਦ ਹੀ ਉਮੀਦ ਕੀਤੀ ਜਾ ਰਹੀ ਓਪਨ ਹੋਏਗਾ। ਜਿਵੇਂ ਓਪਨ ਹੋਏਗਾ ਆਪਾਂ ਜ਼ਰੂਰ ਤੁਹਾਨੂੰ ਅਪਡੇਟ ਕਰਾਂਗੇ, ਵੀਡੀਓ ਬਣਾਵਾਂਗੇ। ਅਗਲਾ ਕਮੈਂਟ ਹੈ ਜੀ ਗੁਰਦੀਪ ਸਿੰਘ ਦਾ। ਗੁਰਦੀਪ ਸਿੰਘ ਲਿਖਦੇ ਨੇ, ਸਰ ਵਰਕ ਪਰਮਿਟ ਸਪਾਂਸਰ ਕਰ ਸਕਦਾ ਜੀ ਮੈਰਿਜ 'ਤੇ? ਹਾਂ, ਜੇ ਤੁਸੀਂ ਕਿਸੇ ਦੇ ਨੀਅਰ ਐਂਡ ਡੀਅਰ ਹੋ, ਮਤਲਬ ਤੁਸੀਂ ਤੁਹਾਡੇ ਕੋਈ ਨੇੜਲੀ ਰਿਸ਼ਤੇਦਾਰੀ ਹੈ, ਫਿਰ ਕਰ ਸਕਦੇ ਆ। ਆਪਣੇ ਮਾਂ ਪਿਓ ਅਤੇ ਭਾਈ ਭੈਣ ਨੂੰ ਤਾਂ ਸਪਾਂਸਰ ਕਰ ਸਕਦਾ ਹੈ। ਜਿਹੜੇ ਅਦਰ ਪਰਸਨ ਨੇ, ਕੋਈ ਕਜ਼ਨ ਵਗੈਰਾ ਤੁਸੀਂ ਹੈਗੇ ਹੋ, ਤਾਂ ਤੁਹਾਨੂੰ ਵਰਕ ਪਰਮਿਟ 'ਤੇ ਵੀ ਸਪਾਂਸਰ ਕਰ ਸਕਦਾ ਹੈ। ਗੋਰਾ ਭੁੱਲਰ ਲਿਖਦੇ ਨੇ, ਹੈਲੋ ਸਰ, ਮੇਰਾ ਸਨ ਓਪਨ ਵਰਕ ਪਰਮਿਟ 'ਤੇ ਹੈ ਕੈਨੇਡਾ ਵਿਜ਼ਟਰ। ਮੈਂ ਵਿਜ਼ਟਰ ਵੀਜ਼ਾ 16 ਜਨਵਰੀ 2021 'ਚ ਫਾਈਲ ਲਾਈ ਸੀ, ਬਾਇਓਮੈਟ੍ਰਿਕ ਹੋ ਗਏ ਨੇ। ਹੁਣ ਫਿਰ ਵਿਡਰਾ 6 ਅਕਤੂਬਰ ਨੂੰ ਲਗਾਈ ਹੈ, ਪਰ ਨਿਊ ਪੋਰਟਲ 'ਚ ਨਹੀਂ ਲੱਗੀ ਫਾਈਲ। ਫਿਰ GC ਕੀ ਲਈਏ ਵੀਜ਼ੇ ਨੂੰ, ਕਿੰਨਾ ਟਾਈਮ ਲੱਗੂਗਾ? ਹੁਣ ਤਾਂ ਤੁਸੀਂ ਨਵੇਂ ਚਲਾਓ, ਪੁਰਾਣੇ ਚਲਾਓ, ਲਗਭਗ 1 ਮਹੀਨੇ ਦੇ ਵਿੱਚ ਜਿਹੜਾ ਹੈਗਾ ਉਹ ਤੁਹਾਡਾ ਵੀਜ਼ਾ ਆ ਰਿਹਾ ਹੈਗਾ। ਸੋ ਵੇਟ ਕਰ ਲਓ।
ਜਲਦੀ ਤੁਹਾਨੂੰ ਖੁਸ਼ਖਬਰੀ ਮਿਲ ਸਕਦੀ ਹੈ, ਕਿਉਂਕਿ ਜੇ ਤੁਹਾਡੇ ਬੱਚੇ ਉੱਥੇ ਹੈਗੇ ਨੇ ਤਾਂ ਵੀਜ਼ਾ ਮਿਲਣ ਦੇ ਚਾਂਸਸ ਬਹੁਤ ਜ਼ਿਆਦਾ ਹੁੰਦੇ ਨੇ। ਗੀਤ ਕੌਰ ਦਾ ਅਗਲਾ ਕਮੈਂਟ ਹੈ ਜੀ, ਇਨਵੀਟੇਸ਼ਨ ਫਰੋਮ ਕੈਨੇਡਾ ਐਂਡ ਸਪਾਂਸਰ, ਵਾਟ ਆਰ ਦਾ ਡਿਫਰੈਂਟ ਬਿਟਵੀਨ ਬੋਥ। ਓਕੇ, ਇਹ ਪੁੱਛਦੇ ਨੇ ਕਿ ਇਨਵੀਟੇਸ਼ਨ ਤੇ ਸਪਾਂਸਰ ਦੇ ਵਿੱਚ ਕੀ ਡਿਫਰੈਂਸ ਹੈਗਾ। ਦੇਖੋ, ਸਪਾਂਸਰ ਹੁੰਦਾ ਹੈ ਜੀ, ਸਪਾਂਸਰ ਹੁੰਦਾ ਹੈ ਕਿ ਕੋਈ ਬੰਦਾ ਲੀਗਲੀ ਤਰੀਕੇ ਨਾਲ ਤੁਹਾਨੂੰ ਸਪਾਂਸਰ ਕਰਦਾ ਹੈ ਅਤੇ ਤੁਹਾਡੀ ਪੂਰੀ ਦੀ ਪੂਰਾ ਜ਼ਿੰਮੇਵਾਰੀ ਲੈਂਦਾ ਹੈਗਾ, ਹੈ ਨਾ। ਜਿਵੇਂ ਤੁਹਾਡੇ ਫਰੈਂਡ ਕੋਈ ਹੋ ਗਿਆ ਜਾਂ ਤੁਹਾਡਾ ਕੋਈ ਰਿਲੇਟਿਵ ਹੋ ਗਿਆ, ਤੁਹਾਡਾ ਭੈਣ ਭਰਾ ਮਾਂ ਬਾਪ ਹੋ ਗਿਆ, ਉਹ ਤੁਹਾਨੂੰ ਸਪਾਂਸਰ ਕਰਦੇ ਨੇ। ਸਪਾਂਸਰ ਦਾ ਮਤਲਬ ਹੁੰਦਾ ਹੈ ਕਿ ਉਹ ਤੁਹਾਡਾ ਸਾਰਾ ਖਰਚਾ ਚੱਕਣ ਨੂੰ ਤਿਆਰ ਨੇ। ਜਦੋਂ ਤੱਕ ਤੁਸੀਂ ਕੈਨੇਡਾ ਦੇ ਵਿੱਚ ਹੈਗੇ ਹੋ ਉਦੋਂ ਤੱਕ ਤੁਹਾਡਾ ਉਹ ਖਰਚਾ ਕਰਦੇ ਨੇ। ਈਵਨ ਕਿ ਜੇ ਤੁਸੀਂ ਬਿਮਾਰ ਵੀ ਹੋ ਜਾਂਦੇ ਨੇ, ਤੁਹਾਡਾ ਮੈਡੀਕਲ ਦਾ ਖਰਚਾ ਵੀ ਉਹ ਕਰਦੇ ਨੇ। ਉਹ ਹੁੰਦਾ ਸਪਾਂਸਰ। ਇਨਵੀਟੇਸ਼ਨ ਹੁੰਦੀ ਹੈ, ਖਾਸ ਕਰਕੇ ਜਿਹੜੀ ਇਨਵੀਟੇਸ਼ਨ ਹੈ ਬਿਜ਼ਨਸ ਯੂਜ਼ ਹੁੰਦੀ ਹੈ। ਕੋਈ ਬਿਜ਼ਨਸ ਦੀ ਤੁਹਾਡੀ ਮੀਟਿੰਗ ਹੈਗੀ ਹੈ, ਕੋਈ ਕਾਨਫਰੰਸ ਹੈ, ਉੱਥੇ ਫਿਰ ਉਹ ਸਪਾਂਸਰ ਨਹੀਂ ਕਰਦੇ, ਉੱਥੇ ਉਹ ਇਨਵਾਈਟ ਕਰਦੇ ਨੇ ਕਿ ਤੁਹਾਨੂੰ, ਜਿਵੇਂ ਆਪਾਂ ਨੂੰ ਰਿਕਾਰਡ ਦੇ ਦਿੰਦੇ ਵਿਆਹ ਦੇ ਵਿੱਚ ਕਿ ਆਓ, ਉਹ ਇਨਵਾਈਟ ਹੋ ਗਿਆ ਕਿ ਤੁਹਾਨੂੰ ਅਸੀਂ ਆਓ, ਪਰ ਉਹ ਤੁਹਾਡਾ ਖਰਚਾ ਨਹੀਂ ਚੱਕਦੇ। ਠੀਕ ਹੈ, ਫਰਕ ਇਹੀ ਹੁੰਦਾ ਸਪਾਂਸਰ ਅਤੇ ਇਨਵੀਟੇਸ਼ਨ ਵਿੱਚ। ਸਪਾਂਸਰ ਵਾਲਾ ਬੰਦਾ ਤੁਹਾਡਾ ਖਰਚਾ ਵੀ ਚੱਕਦਾ, ਤੁਹਾਡੀ ਜ਼ਿੰਮੇਵਾਰੀ ਵੀ ਲੈਂਦਾ। ਇਨਵੀਟੇਸ਼ਨ ਵਾਲਾ ਬੰਦਾ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ ਅਤੇ ਨਾ ਹੀ ਤੁਹਾਡਾ ਕੋਈ ਖਰਚਾ ਚੱਕਦਾ, ਜਸਟ ਤੁਹਾਨੂੰ ਇਨਵਾਈਟ ਕਰਦਾ ਅਤੇ ਤੁਹਾਡੇ ਕੋਲ ਇੱਕ ਪਰਪਸ ਆਫ ਟਰੈਵਲ ਹੋ ਜਾਂਦਾ ਹੈ, ਪਰ ਇਹਦੇ ਵਿੱਚ ਤੁਹਾਨੂੰ ਖਰਚਾ ਨਹੀਂ ਕਰਦਾ ਅਗਲਾ ਕੋਈ ਤੁਹਾਡੇ 'ਤੇ, ਅਤੇ ਨਾ ਹੀ ਕਿਸ ਤਰ੍ਹਾਂ ਦੀ ਕੋਈ ਜ਼ਿੰਮੇਵਾਰੀ ਲੈਂਦਾ ਹੈ। ਇਨਵੀਟੇਸ਼ਨ ਖਾਸ ਕਰਕੇ ਬਿਜ਼ਨਸ ਯੂਜ਼ ਹੁੰਦੀ ਹੈ, ਜਦੋਂ ਕੋਈ ਬਿਜ਼ਨਸ ਮੀਟਿੰਗ ਹੈ ਜਾਂ ਕਿਸੇ ਨੂੰ ਮਿਲਣ ਜਾਣਾ ਤੁਸੀਂ, ਜਾਂ ਕੋਈ ਮੀਟਿੰਗ ਅਟੈਂਡ ਕਰਨ ਜਾਣਾ ਹੈ, ਕੁਛ ਪਰਚੇਜ ਕਰਨ ਜਾਣਾ ਤੁਸੀਂ, ਠੀਕ ਹੈ ਜੀ, ਕੋਈ ਕਾਨਫਰੰਸ 'ਤੇ ਜਾਣਾ ਹੈਗਾ ਤੁਸੀਂ, ਉਦੋਂ ਇਨਵੀਟੇਸ਼ਨ ਆਉਂਦੀ ਹੈ। ਅਗਲਾ ਕਮੈਂਟ ਹੈ ਜੀ ਚਾਹਤ ਜਵੈਲਰ ਦਾ। ਚਾਹਤ ਜਵੈਲਰ ਲਿਖਦੇ ਨੇ, ਜੈ ਸਾਈਂ ਜੀ ਸਰ ਜੀ, UK ਆਲਰੇਡੀ ਟਰੈਵਲ ਹਾਂ ਜੀ ਵਿਦ ਵਾਈਫ ਦਸੰਬਰ 2018। ਬੱਚਿਆਂ ਨੂੰ ਜੂਨ ਵਿੱਚ ਛੁੱਟੀਆਂ ਹੋਣੀਆਂ ਨੇ ਜੀ। ਕੀ ਅਸੀਂ 7 ਮੰਥ ਪਹਿਲਾਂ UK ਟੂਰਿਸਟ ਵੀਜ਼ਾ ਅਪਲਾਈ ਕਰ ਸਕਦੇ ਹਾਂ? ਹਾਂਜੀ, ਕਰ ਸਕਦੇ ਹੋ, ਕੋਈ ਦਿੱਕਤ ਵਾਲੀ ਗੱਲ ਨਹੀਂ, ਕਿਉਂਕਿ ਤੁਹਾਡਾ ਟਰੈਵਲ ਪਲਾਨ ਉਦੋਂ ਤੋਂ ਹੀ UK ਨੇ ਪਾਉਣਾ ਹੈ। ਹੋ ਸਕਦਾ ਤੁਹਾਨੂੰ ਵੀਜ਼ਾ ਵੀ ਜੂਨ ਤੋਂ ਹੀ ਸ਼ੁਰੂ ਹੋਵੇ ਤੁਹਾਡਾ, 6 ਮਹੀਨੇ ਪਹਿਲਾਂ 7 ਮਹੀਨੇ ਪਹਿਲਾਂ ਅਪਲਾਈ ਹੋ ਸਕਦਾ, ਕੋਈ ਵੱਡੀ ਗੱਲ ਨਹੀਂ ਜੀ। ਅਗਲਾ ਕਮੈਂਟ ਹੈ ਜੀ ਬਲਵਿੰਦਰ ਸਿੰਘ ਦਾ। ਬਲਵਿੰਦਰ ਸਿੰਘ ਲਿਖਦੇ ਨੇ, ਜੇ ਕਿਸੇ ਵੀਰ ਭੈਣ ਦੇ ਇੰਡੀਆ ਵਿੱਚ ਬਾਇਓਮੈਟ੍ਰਿਕ ਨਹੀਂ ਹੁੰਦੇ, ਉਹ ਨੇਪਾਲ ਵਿੱਚ ਜਾ ਕੇ ਬਾਇਓਮੈਟ੍ਰਿਕ ਦੇ ਸਕਦਾ। ਕਿਤੇ ਵੀ ਦੇ ਸਕਦੇ ਹੋ ਤੁਸੀਂ, ਨੇਪਾਲ, ਦੁਬਈ ਜਾਂ ਜਿੱਥੇ ਵੀ ਤੁਹਾਨੂੰ ਠੀਕ ਲੱਗਦਾ ਹੈਗਾ, ਹੈ ਨਾ, ਦੇ ਸਕਦੇ ਹੋ, ਕੋਈ ਵੱਡੀ ਗੱਲ ਨਹੀਂ। ਉਰੇ ਵੀ ਇੰਡੀਆ ਦੇ ਵਿੱਚ ਵੀ ਜੇ ਚੰਡੀਗੜ੍ਹ ਜਾਂ ਜਲੰਧਰ ਬਾਇਓਮੈਟ੍ਰਿਕ ਨਹੀਂ ਹੁੰਦੇ, ਦਿੱਲੀ ਨਹੀਂ ਹੁੰਦੇ, ਤਾਂ ਆਮ ਤੌਰ 'ਤੇ ਲੋਕ ਅਹਿਮਦਾਬਾਦ, ਕਲਕੱਤਾ, ਬੰਬੇ ਚਲੇ ਜਾਂਦੇ ਆ, ਕੋਈ ਦਿੱਕਤ ਨਹੀਂ। ਸੋ ਇਹ ਤਾਂ ਇੰਟਰਨੈਸ਼ਨਲ ਪ੍ਰੋਸੈਸ ਹੈਗਾ ਅੰਬੈਸੀ ਦਾ। ਕਿਤੋਂ ਵੀ ਅਸੀਂ ਵੀ ਪਹਿਲਾਂ ਲਾਕਡਾਊਨ ਦੇ ਵਿੱਚ ਉਰੇ ਬਾਇਓਮੈਟ੍ਰਿਕ ਨਹੀਂ ਹੁੰਦੇ ਸੀ, ਅਸੀਂ ਬਹੁਤ ਬੰਦਿਆਂ ਦੇ ਦੁਬਈ ਤੋਂ ਬਾਇਓਮੈਟ੍ਰਿਕ ਕਰਵਾ ਕੇ ਜਿਹੜੇ ਵੀਜ਼ਾ ਉਹ ਲਿੱਤੇ ਹੈਗੇ ਨੇ। ਸੋ ਕੋਈ ਦਿੱਕਤ ਨਹੀਂ, ਤੁਸੀਂ ਕਿਤੇ ਵੀ ਕਿਸੇ ਵੀ ਕੰਟਰੀ 'ਚ ਬਾਇਓਮੈਟ੍ਰਿਕ ਦੇ ਸਕਦੇ ਹੋ ਅਤੇ ਤੁਹਾਨੂੰ ਕੋਈ ਦਿੱਕਤ ਨਹੀਂ, ਵੀਜ਼ਾ ਮਿਲੇਗਾ, ਕਿਤੇ ਵੀ ਜਾ ਕੇ ਤੁਸੀਂ ਦੇ ਸਕਦੇ ਹੈਗੇ ਹੋ। ਅਗਲਾ ਕਮੈਂਟ ਹੈ ਜੀ ਅੰਜੂ ਕੀ ਧੀਰ ਦਾ। ਲਿਖਦੇ ਨੇ, ਸਰ ਮੈਂ ਟੂਰਿਸਟ ਵੀਜ਼ਾ ਅਪਲਾਈ ਕਰਨ ਵਾਸਤੇ ਫਾਦਰ ਦੇ ਡਾਕੂਮੈਂਟ ਸ਼ੋਅ ਕਰ ਸਕਦੀ ਹਾਂ? ਦੇਖੋ, ਫਾਦਰ ਦੇ ਡਾਕੂਮੈਂਟ ਤੁਸੀਂ ਤਾਂ ਸ਼ੋਅ ਕਰ ਸਕਦੇ ਹੋ ਜਾਂ ਤਾਂ ਤੁਹਾਡੀ ਉਮਰ 18 ਸਾਲ ਤੋਂ ਘੱਟ ਹੋਵੇ ਅਤੇ ਜਾਂ ਤੁਸੀਂ ਸਟੂਡੈਂਟ ਹੋਵੋ, ਉਦੋਂ ਹੀ ਤੁਸੀਂ ਆਪਦੇ ਫਾਦਰ ਦਾ ਯੂਜ਼ ਕਰ ਸਕਦੇ ਹੋ। ਅਦਰਵਾਈਜ਼ ਤੁਸੀਂ ਯੂਜ਼ ਨਹੀਂ ਕਰ ਸਕਦੇ। ਤੁਸੀਂ ਸਪੋਰਟ ਲੈ ਸਕਦੇ ਹੋ ਫਾਦਰ ਦੀ, ਪਰ ਤੁਹਾਡੇ ਆਪ ਦੇ ਡਾਕੂਮੈਂਟ ਵੀ ਹੋਣੇ ਜ਼ਰੂਰੀ ਨੇ। ਇਹ ਨਹੀਂ ਕਿ ਤੁਸੀਂ ਸਾਰੇ ਹੀ ਆਪਦੇ ਫਾਦਰ ਦੇ ਡਾਕੂਮੈਂਟ ਯੂਜ਼ ਕਰ ਲਓਗੇ, ਕੁਛ ਨਾ ਕੁਛ ਕੋਈ ਇੰਪਲਾਈਮੈਂਟ ਤੁਹਾਡੇ ਕੋਲ ਵੀ ਹੋਣਾ ਚਾਹੀਦਾ, ਕਿਉਂਕਿ ਅੰਬੈਸੀ ਨੇ ਵੀਜ਼ਾ ਤੁਹਾਨੂੰ ਦੇਣਾ, ਤੁਹਾਡੇ ਫਾਦਰ ਨੂੰ ਨਹੀਂ। ਸੋ ਅੰਬੈਸੀ ਦਾ ਕੰਸਰਨ ਹੁੰਦਾ ਹੈ ਕਿ ਕੀ ਤੁਸੀਂ ਟੂਰ ਕੱਢ ਕੇ ਵਾਪਸ ਮੁੜ ਕੇ ਆ ਜਾਓਗੇ। ਸੋ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਅੰਬੈਸੀ ਰੱਖਦੀ ਹੈ। ਸੋ ਤੁਹਾਡੇ 'ਤੇ ਡਿਪੈਂਡ ਕਰਦਾ, ਨਾ ਕਿ ਤੁਹਾਡੇ ਫਾਦਰ ਦੀ ਪ੍ਰੋਫਾਈਲ 'ਤੇ। ਵਾਲੇ ਕੀ ਡਾਕੂਮੈਂਟਸ ਲਗਾ ਸਕਦੇ ਹੈ? ਲੈਂਡ ਜਾਂ ਜਨਾਨੀ ਜਾਂ ਫਰਦ ਲਗਾਉਣੀ ਹੈ ਜਾਂ ਫਿਰ CA ਰਿਪੋਰਟ। ਦੇਖੋ ਅਮਨ ਜੀ, ਸ਼ੈਨਿੰਗਨ ਨਾ ਵਾਲੇ ਡਾਕੂਮੈਂਟ ਤੁਹਾਡੇ ਨਹੀਂ ਐਕਸੈਪਟ ਕਰਦਾ, ਤੁਸੀਂ ਦਿਓਗੇ ਉਹਨਾਂ ਡਾਕੂਮੈਂਟ ਨਹੀਂ ਲੈਣੇ। ਸ਼ੈਨਿੰਗਨ ਤਾਂ ਸਿਰਫ ਤੁਹਾਡੀ ITR, ਤੁਹਾਡੀ ਬੈਂਕ ਸਟੇਟਮੈਂਟ, ਤੁਹਾਡੀ ਹੋਟਲ ਦੀ ਬੁਕਿੰਗ, ਠੀਕ ਹੈ ਜੀ, ਤੁਹਾਡਾ ਪਾਸਪੋਰਟ, ਫੋਟੋ ਅਤੇ ਫਲਾਈਟ ਦੀ ਟਿਕਟ, ਬਸ ਆਹੀ ਡਾਕੂਮੈਂਟ ਹੀ ਐਕਸੈਪਟ ਕਰਦਾ ਹੈ। ਵੱਧ ਤੋਂ ਵੱਧ ਤੁਸੀਂ ਆਪਣੇ ਬੱਚਿਆਂ ਦਾ ਬੋਨਾਫਾਈਡ ਲਗਾ ਸਕਦੇ ਹੋ। ਇਸ ਤੋਂ ਜ਼ਿਆਦਾ ਜਿਹੜਾ ਹੈਗਾ ਸ਼ੈਨਿੰਗਨ ਡਾਕੂਮੈਂਟ ਐਕਸੈਪਟ ਨਹੀਂ ਕਰਦਾ। ਤੁਸੀਂ ਕੋਈ ਫਰਦ ਲੈ ਕੇ ਜਾਓਗੇ, ਉਹਨਾਂ ਨੇ ਨਹੀਂ ਲੈਣੀ। ਤੁਸੀਂ ਕੋਈ ਵੈਲਿਊਏਸ਼ਨ ਕਰਾ ਕੇ ਲੈ ਕੇ ਜਾਓਗੇ ਜਾਂ ਕੋਈ ਹੋਰ ਐਕਸਟਰਾ ਡਾਕੂਮੈਂਟ ਨਹੀਂ ਲੈਣਾ। ਸੋ ਬੜੇ ਲਿਮਟਡ ਜਿਹੇ ਡਾਕੂਮੈਂਟ ਜਿਹੜਾ ਹੈਗਾ ਜੀ ਉਹ ਲੈਂਦਾ ਹੈਗਾ। ਅਗਲਾ ਕਮੈਂਟ ਹੈ ਜੀ ਅਦਿੱਤਿਆ ਖੁਸ਼ਵਾਹਾ ਦਾ। ਲਿਖਦੇ ਨੇ, 1 ਮੰਥ ਵਿਦ ਨਿਊ ਐਪਲੀਕੇਸ਼ਨ ਸਟਿਲ ਨੋ ਰਿਜ਼ਲਟ। ਦੇਖੋ ਜੀ, ਹਲੇ ਰਿਜ਼ਲਟ ਜਿਹੜੇ ਨੇ ਉਹ ਲੇਟ ਹੋ ਰਹੇ ਨੇ ਜੀ। ਸੋ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਕਿਉਂਕਿ ਹਰ ਇੱਕ ਬੰਦੇ ਨਾਲ ਇਹ ਪ੍ਰੋਬਲਮ ਆ ਰਹੀ ਹੈ, ਤੁਹਾਡੀ ਇਕੱਲਿਆਂ ਨਾਲ ਨਹੀਂ। ਵੇਟ ਕਰੋ,
1 ਤੋਂ 3 ਮਹੀਨੇ ਦਾ ਜਿਹੜਾ ਸਮਾਂ ਹੈਗਾ ਉਹ ਲੱਗ ਰਿਹਾ ਹੈਗਾ ਜੀ। ਅਗਲਾ ਕਮੈਂਟ ਹੈਗਾ ਜੀ ਮਰਸ਼ੰਕ ਪਟੇਲ ਦਾ, ਲਿਖਦੇ ਨੇ ਹੈਲੋ ਸਰ, ਆਈ ਹੈਵ ਅਪਲਾਈਡ ਫॉर ਟੂਰਿਸਟ ਵੀਜ਼ਾ ਐਂਡ ਬਾਇਓਮੈਟ੍ਰਿਕ ਗਿਵਨ ਔਨ 28/9/2021 बट आई डिड नॉट एनी आंसर टिल डेट, कैन यू टेल सर व्हाट विल एक्सेप्ट टाइम माई डिसीजन विल कम। देखिए जी, अभी जो यूके का वीज़ा है उसमें मोर देन 45 to 55 डेज़ का जो समय लग रहा है, अभी आपको उसके लिए वेट करना पड़ेगा जी। ਤ੍ਰਿਪਤਾ ਦੇਵੀ ਲਿਖਦੇ ਨੇ ਵਰਕ ਪਰਮਿਟ ਦੀ ਵੀਡੀਓ ਤੇ ਕਮੈਂਟ ਕਰਦੇ ਨੇ, ਸਰ आईलेट ਕਿਹੜੀ जीटी और अकेडमिक होनी चाहिए है। इन्हों दे ये मतलब ये पूछ रहे हैं कि वर्क परमिट के लिए कौन सी आईलेट्स चलती है, जर्नल या अकेडमिक। जर्नल तुसी जीटी दे विच जिहड़ी हैगी आईलेट्स करनी जरूरी है, अकेडमिक वर्क परमिट दे विच जिहड़ी हैगी है वो नहीं चलती। अगला हैगा जी द अनबीटेबल दा कमेंट है, यूएसए B1 B2 वीज़ा ओपन फॉर अमेंडमेंट और नॉट। नहीं, अभी नहीं जी, मैं इसका रिप्लाई पहले कर चुका हूँ। अभी यूएसए B1 B2 के लिए ओपन नहीं हुआ है, तो आपको थोड़ा जो है वो वेट करना पड़ेगा। अगला तमिश जोशन का अगला कमेंट है, व्हाट इज़ द मैक्सिमम एज फॉर माई ब्रदर टू स्पॉन्सर हिम टू कनेडा विद पेटेंट्स। पेटेंट लिखा पेरेंट्स होएगा है ना, एज का तो कोई मैटर नहीं होंदा जी। जे ਤੁਹਾਡੇ ਬ੍ਰਦਰ ਨੂੰ ਕੋਈ ਸਪਾਂਸਰ ਕਰ ਰਿਹਾ, ਕਿਸੇ ਵੀ ਏਜ ਦੇ ਵਿੱਚ ਸਪਾਂਸਰ ਕਰ ਸਕਦਾ, ਪੇਰੈਂਟਸ ਨੂੰ ਵੀ ਕਰ ਸਕਦਾ ਹੈਗਾ। ਜੇ ਤੁਸੀਂ ਕੁਝ ਹੋਰ ਪੁੱਛਣਾ ਚਾਹੁੰਦੇ ਹੋ ਤਾਂ ਕਮੈਂਟ ਦੁਬਾਰਾ ਕਰਿਓ ਪਲੀਜ਼। ਅਗਲਾ ਕਮੈਂਟ ਹੈਗਾ ਜੀ ਸੁਖਵਿੰਦਰ ਖੰਗੂੜਾ ਦਾ, ਲਿਖਦੇ ਨੇ ਸਰ ਕੀ ਸੁਪਰ ਵੀਜ਼ਾ ਦਾ ਪ੍ਰੋਸੈਸਿੰਗ ਟਾਈਮ ਹੁਣ 47 ਡੇ ਸ਼ੋ ਹੁੰਦਾ ਹੈ। ਦੇਖੋ ਜੀ ਇੰਨਾ ਕੀ ਹੈ, ਕਈ ਵਾਰੀ ਜ਼ਿਆਦਾ ਟਾਈਮ ਵੀ ਲੱਗਦਾ, ਪਰ ਆਲਮੋਸਟ ਟੂਰਿਸਟ ਵੀਜ਼ਾ ਦੇ ਬਰਾਬਰ ਦਾ ਟਾਈਮ ਹੀ ਸੁਪਰ ਵੀਜ਼ਾ ਦਾ ਹੁੰਦਾ ਹੈ। ਸੋ ਤੁਸੀਂ ਪਲੀਜ਼ ਉਸ ਤਰੀਕੇ ਨਾਲ ਦੇਖ ਸਕਦੇ ਹੋ। अगला कमेंट है जी सतीश क्षमता का, लिखते हैं सर जेएनसी के लिए ट्रांजिट वीज़ा चाहिए क्या, विजिट वीज़ा। यूके का जर्मनी के लिए ट्रांजिट वीज़ा चाहिए। हाँ, तुसी देखो जो यूके का ट्रांजिट वीज़ा, जे तुसी किते अगे किसी कंट्री जाना चाहते हो बाय यूके, तो तुसी वीज़ा जो है यूके का ट्रांजिट लै सकते हो। रवि सिंह का अगला कमेंट है, लिखते हैं सर वर्क वीज़ा बारे भी दसो कदों ओपन हो रहा है। वर्क वीज़ा आस्ट्रेलिया का हले नहीं हैगा जी ओपन, हले सिर्फ स्टूडेंट वीज़े ही ओपन ने, सो थोनों वेट करना जो पैना हैगा जी। अगला कमेंट है मोहम्मद सोहेब का, लिखते हैं और वीज़ा एक्सेप्ट या रिफ्यूज़ आफ्टर फिंगर प्रिंट ही होता है या मतलब फिंगर प्रिंटर सबको लिए किया जाता है। जो थोड़ा वीज़ा है जी वो जो आपका वीज़ा है वो फिंगर प्रिंट के बाद ही उसका डिसीजन जो आता है। अगला कमेंट है जी फिर मोहम्मद सोहेब लिखते हैं सर कनेडा का वीज़ा अप्लाई करने कितने बाद प्रिंट के लिए जाते हैं। ये तो आपकी अपॉइंटमेंट है जी, जब कनेडा का आपने वीज़ा अप्लाई कर दिया तो उससे पहले भी आप बायोमेट्रिक उठा सकते हैं। अप्लाई होने के बाद एक बायोमेट्रिक इंस्ट्रक्शन लेटर आता है, तो उसके बाद ही आप जो है वीज़ा बायोमैट्रिक दे सकते हैं। सो दोस्तों ये ਸੀਗੇ ਤੁਹਾਡੇ ਕਮੈਂਟ ਤੇ ਮੇਰੇ ਯਾਨੀ ਕਿ ਤੁਹਾਡੇ ਸਵਾਲ ਤੇ ਮੇਰੇ ਜਵਾਬ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੇ ਹੋਣਗੇ। ਸੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ, ਬੈਲ ਦਾ ਬਟਨ ਦਬਾਓ ਤਾਂ ਕਿ ਆਉਣ ਵਾਲੀ ਹਰੇਕ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।